ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਦੇਸੀ ਰੰਗ ਸ਼ੋਅ ਦੇ ਵਿੱਚ ਸਵਾਗਤ। ਵੀਰਵਾਰ ਦਾ ਪ੍ਰੋਗਰਾਮ ਤੇ ਗੱਲਬਾਤ ਕਰਾਂਗੇ ਵਿਨੀਪੈਗ ਸ਼ਹਿਰ ਦੇ ਵਿੱਚ ਹਰਪ੍ਰੀਤ ਜਵੰਦਾ ਸਾਹਿਬ ਦੇ ਨਾਲ। 14 ਅਪ੍ਰੈਲ ਵਿਸਾਖੀ ਦਾ ਦਿਹਾੜਾ, ਖਾਲਸਾ ਸਾਜਨਾ ਦਿਵਸ। ਸੋ ਸਾਰਿਆਂ ਨੂੰ ਲਕਾਈ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਅੱਜ ਦੇ ਦਿਨ ਕਹਿੰਦੇ ਨੇ ਵੀ ਇੱਕ ਵੱਖਰੀ ਕੌਮ ਦਾ ਜਨਮ ਜਿਹੜਾ ਹੋਇਆ ਸੀਗਾ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ। ਸੋ ਜਿਹੜਾ ਇੱਕ ਖਾਲਸੇ ਦਾ ਰੂਪ, ਪਿਓਰ ਖਾਲਸ ਚੀਜ਼ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਖਾਲਸਾ ਸਿੰਘ ਪੰਜਾਬੀ ਹੈ ਤੇ ਉੱਥੇ ਖਾਲਸਾ ਦਿਵਸ ਮਨਾਇਆ ਜਾਂਦਾ ਹੈ। ਨਗਰ ਕੀਰਤਨ ਲਿਖੇ ਜਾਂਦੇ ਆ, ਗੁਰੂ ਘਰਾਂ 'ਚ ਪ੍ਰੋਗਰਾਮ ਹੁੰਦੇ ਆ। ਸੋ ਬੜਾ ਚੰਗਾ ਲੱਗਦਾ ਜੀ, ਪ੍ਰਾਊਡ ਹੁੰਦਾ ਹੈ ਸਿੱਖ ਕੌਮ ਹੋਣ ਤੇ, ਖਾਲਸੇ ਦੇ ਘਰ ਜੰਮਣ ਤੇ। ਆਹ ਵੀ ਜਿਹੜੀ ਪਰਮਾਤਮਾ ਮਿਹਰ ਕਰ ਦੇਵੇ ਨਾ, ਹੁਣ ਹੋ ਹੀ ਜਾਣੀ ਆ ਜਲਦੀ। ਸੋ ਇੱਕ ਜਿਸ ਤਰ੍ਹਾਂ ਅੱਜ ਹਰਪ੍ਰੀਤ ਜਵੰਦਾ ਸਾਹਿਬ ਹੋਣਗੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਅਤੇ ਇੱਕ ਜਿਹੜੀ ਸਰਦਾਰ ਦੀ ਪੱਗ ਟਰਬਨ ਆ ਨਾ, ਉਹ ਵੀ ਹੋ ਜਾਵੇ ਤਾਂ ਫਿਰ ਹੋਰ ਕਹਿੰਦੇ ਹੁੰਦੇ ਵੀ ਆਨੰਦ, ਇੱਕ ਵੱਖਰਾ ਜਿਹਾ ਜਿਹੜਾ ਸਾਡੇ ਗੁਰੂ ਸਾਹਿਬਾਨ ਨੇ ਸਾਜਿਆ ਸੀ ਨਾ ਖਾਲਸਾ, ਉਹ ਰੂਪ ਧਾਰ ਲਈਏ ਤਾਂ ਹੋਰ ਵਧੀਆ ਹੋ ਸਕਦਾ ਹੈ। ਜਵੰਦਾ ਸਾਹਿਬ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਮਿਹਰਬਾਨੀ, ਸ਼ੁਕਰੀਆ, ਜਿਉਂਦੇ ਵਾਸਤੇ ਰਹੋ ਜੀ। ਤੇ ਤੁਹਾਨੂੰ ਵਿਸਾਖੀ ਦੇ ਖਾਲਸਾ ਦਿਵਸ ਤੇ ਜਨਮ ਦਿਹਾੜੇ ਤੇ ਬਹੁਤ ਬਹੁਤ ਤੁਹਾਨੂੰ ਵਧਾਈ, ਤੇ ਜਿਹੜੇ ਨਾਲ ਜੁੜ ਚੁੱਕੇ ਨੇ ਉਹਨਾਂ ਨੂੰ ਵੀ ਮੇਰੀ ਬਹੁਤ ਬਹੁਤ। ਜਿਸ ਤਰ੍ਹਾਂ ਮੈਂ ਕਿਹਾ, ਸੱਚੀ ਜਵੰਦਾ ਸਾਹਿਬ, ਇੱਕ ਜਿਹੜੀ ਸਰਦਾਰ ਦੀ ਟੌਰ ਹੁੰਦੀ ਹੈ ਨਾ, ਤੇ ਮੇਰੇ ਵਰਗੇ ਰੋਟੀ ਦੀ ਘੱਟ ਹੁੰਦੀ ਆ, ਹੈ ਨਾ। ਸੋ ਆ ਜਾਣਾ ਚਾਹੀਦਾ ਆਪਦੀ ਐਕਚੁਅਲ ਪੀਸ ਦੇ ਵਿੱਚ। ਚਲੋ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਕਦੋਂ ਸਮੱਤ ਬਖਸ਼ੇ ਤੇ ਆਪਾਂ ਵੀ ਜਿਹੜਾ ਐਕਚੁਅਲ ਆਪਣੇ ਗੁਰੂ ਸਾਹਿਬਾਨ ਨੇ ਇਹ ਕੀਤਾ ਤੇ ਆਪਾਂ ਇਸ ਪਾਸੇ ਨੂੰ ਮੁੜ ਆਈਏ ਵਾਪਸ ਨਾ। ਤੇ ਕਾਫੀ ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜਵੰਦਾ ਸਾਹਿਬ, ਕਈ ਵਾਰ ਕੁਝ ਸ਼ਬਦ ਹੁੰਦੇ ਆ ਜਿਵੇਂ ਨਾ, ਆਪਾਂ ਅੱਜ ਕੱਲ੍ਹ ਹੈਗਾ ਕਿ ਪੋਸਟਾਂ ਕਾਫੀ ਫੇਸਬੁੱਕ ਤੇ ਸ਼ੇਅਰ ਹੁੰਦੀਆਂ। ਜਿਹੜੇ ਪੋਸਟਾਂ ਬਣਾਉਣ ਵਾਲੇ ਆ, ਉਹਨਾਂ ਦਾ ਸ਼ਾਇਦ ਮੈਨੂੰ ਲੱਗਦਾ ਵੀ ਉਹ ਸਿੱਖ ਧਰਮ 'ਚ ਉਹਨਾਂ ਨੂੰ ਨਹੀਂ ਪਤਾ ਵਿਸਾਖੀ ਵੀ ਨਾਲ ਲਿਖਿਆ ਜਾਂਦਾ ਇੰਗਲਿਸ਼ ਦੇ ਵਿੱਚ, ਤੇ ਵਾਵੇ ਨਾ ਪੈਂਦਾ ਪੰਜਾਬੀ ਦੇ ਵਿੱਚ, ਤੇ ਬਹੁਤ ਸਾਰੇ ਬੱਬੇ ਨਾਲ ਹੀ ਲਿਖੀ ਜਾ ਰਹੇ ਆ, ਹੈ ਨਾ। ਸੋ ਕੋਸ਼ਿਸ਼ ਕਰਨੀ ਚਾਹੀਦੀ ਸਾਨੂੰ, ਜ਼ਰੂਰ ਅਸੀਂ ਉਹਨੂੰ ਵਾਚ ਕਰ ਲਈਏ ਜਦੋਂ ਅਸੀਂ ਕੋਈ ਪੋਸਟ ਸ਼ੇਅਰ ਕਰਦੇ ਹਾਂ, ਹੈ ਨਾ। ਸੋ ਚੰਗਾ ਲੱਗਦਾ। ਕੁਛ ਸ਼ਬਦ ਇੱਦਾਂ ਦੇ ਹੁੰਦੇ ਆ ਜਿਹੜੇ ਕਿ ਜਿਸ ਤਰ੍ਹਾਂ ਹੁੰਦੇ ਆ ਨਾ ਉੱਦਾਂ ਹੀ ਚੰਗੇ ਲੱਗਦੇ ਆ। ਕੁਛ ਹੁੰਦੇ ਆ ਜੇ ਗਲਤ ਵੀ ਪੈ ਜਾਣ ਤਾਂ ਸਰ ਜਾਂਦਾ, ਪਰ ਇਹ ਆ ਵੀ ਦਿਲੋਂ ਸਾਰੇ ਇਹੀ ਆ ਕਿ ਵਿਸਾਖੀ ਦੀਆਂ ਮੁਬਾਰਕਾਂ ਹੀ ਦੇ ਰਹੇ ਆ। ਸੋ ਚੰਗੀ ਗੱਲ ਆ, ਪਰ ਜ਼ਰੂਰ ਅਸੀਂ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰੀਏ। ਜਦੋਂ ਦੇਖਦੇ ਨਾ ਸੋਸ਼ਲ ਮੀਡੀਆ 'ਤੇ ਸਾਰੇ ਬੱਬੇ ਨਾਲ ਹੀ ਵਿਸਾਖੀ ਪਾਈ ਜਾਂਦੇ ਆ, ਤੇ ਉਹ ਅੱਗੇ ਜਿਹੜਾ ਬਣਾ ਕੇ ਦੇਈ ਜਾਂਦੇ ਆ, ਪਰੋਸੀ ਜਾਂਦੇ ਆ, ਤੇ ਅਸੀਂ ਉਹ ਚੱਕ ਕੇ ਸ਼ੇਅਰ ਕਰੀ ਜਾਂਦੇ ਆ। ਸੋ ਜ਼ਰੂਰ ਆਪਾਂ ਸਾਰੇ ਖਿਆਲ ਕਰੀਏ। ਤੇ ਜਵੰਦਾ ਸਾਹਿਬ, ਆਪਾਂ ਕਹਾਣੀ ਵੀ ਕਰਨੀ ਆ, ਪਹਿਲਾਂ ਵੀ ਤੁਸੀਂ ਸੁਣਾਉਂਦੇ ਰਹਿੰਦੇ ਹੋ, ਅੱਜ ਵੀ ਇਹੋ ਦੁਬਾਰਾ ਸੁਣਾਉਣੀ ਆ। ਔਰ ਮੈਨੂੰ ਲੱਗਦਾ ਇਹ ਹਮੇਸ਼ਾ ਜਗਾਉਂਦੇ ਰਹਿਣਾ ਚਾਹੀਦਾ ਹੈ ਨਾ। ਜਿਹੜੀ ਤੁਸੀਂ ਕਹਾਣੀ ਲਿਖੀ ਸੀ, ਇਹ ਪਹਿਲਾਂ ਲਿਖੀ ਸੀ, ਤੁਹਾਨੂੰ ਫਿਰ ਕਿਸੇ ਨੇ ਰਿਕੁਐਸਟ ਕੀਤੀ ਕਿ ਆਪਾਂ ਉਸ ਕਹਾਣੀ 'ਤੇ ਦੁਬਾਰਾ ਗੱਲ ਕਰੀਏ, ਕਿਉਂਕਿ ਜ਼ਰੂਰਤ ਆ। ਕਈ ਵਾਰ ਬੰਦਾ ਪਰੇਸ਼ਾਨ ਇੰਨਾ ਹੋ ਜਾਂਦਾ ਹੈ ਨਾ, ਉਸ ਨੂੰ ਕੁਛ ਵੀ ਕਰ ਸਕਦਾ, ਉਹ ਸਮਾਂ ਹੁੰਦਾ, ਥੋੜ੍ਹਾ ਜਿਹਾ ਪਲ ਹੁੰਦੀ ਹੈ ਕੁਛ, ਅਤੇ ਜੇ ਉਹ ਕੋਈ ਚੰਗੀ ਚੀਜ਼ ਪੜ੍ਹ ਕੇ ਜਾਂ ਉਹਦੇ ਕੁਛ ਯਾਦ ਇਸ ਤਰ੍ਹਾਂ ਦਾ ਆ ਜਾਵੇ, ਉਹਦੀ ਲਾਈਫ ਜ਼ਿੰਦਗੀ ਚੇਂਜ ਹੋ ਜਾਂਦੀ ਆ। ਅਤੇ ਉਹ ਫਿਰ ਯਾਦ ਕਰਦਾ ਕਿ ਯੈਸ ਯਾਰ, ਮੈਂ ਆਹ ਵਾਲੀ ਚੀਜ਼ ਚੰਗੀ ਸੁਣੀ ਸੀ, ਦੇਖੀ ਸੀ, ਪੜ੍ਹੀ ਸੀ, ਹੈ ਨਾ। ਉਸ 'ਤੇ ਗੱਲਬਾਤ ਕਰ ਲਾਂਗੇ। ਵਿਨੀਪੈਗ ਸ਼ਹਿਰ ਦੀ ਗੱਲਬਾਤ ਕਰ ਲਾਂਗੇ। ਕਾਫੀ ਵੱਡਾ ਕਹਿੰਦੇ ਸਟੋਰਮ ਆਇਆ ਹੋਇਆ ਵਿਨੀਪੈਗ ਦੇ ਵਿੱਚ, ਤੇ ਪੰਜਾਬ ਦੀ ਗੱਲਬਾਤ ਵੀ ਕਰ ਲਾਂਗੇ ਜੀ। ਤੇ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰੀਏ ਜਿਹੜੀ ਕਹਾਣੀ ਤੁਸੀਂ ਲਿਖੀ ਸੀ। ਇੱਕ ਕਹਾਣੀ, ਸੱਚੀ ਕਹਾਣੀ ਹੈ ਨਾ ਭਾਜੀ ਇਹ? ਹਾਂਜੀ ਹਾਂਜੀ, ਬਿਲਕੁਲ ਜੀ। ਕਰੀਏ ਸ਼ੇਅਰ ਜੀ ਆਪਾਂ। ਪਹਿਲਾਂ ਥੋੜਾ ਜਿਹਾ ਮੈਂ ਤੁਹਾਨੂੰ, ਜਿਸ ਤਰ੍ਹਾਂ ਤੁਸੀਂ ਭੂਮਿਕਾ ਬੰਨੀ ਹੈ ਕਿ ਜਿਹੜੇ ਵਰਡਸ ਜਿਹੜੇ ਹੈਗੇ ਨੇ, ਜਿਹੜੇ ਅੱਖਰ ਨੇ, ਉਹਨਾਂ 'ਚ ਮਿਲਗੋਬਾ ਜਿਹਾ ਹੋ ਜਾਂਦਾ ਜੀ। ਤੇ ਇਹ ਵੀ ਰਿਕੁਐਸਟ ਹੈ ਜੀ ਸੁਣਨ ਵਾਲਿਆਂ ਨੂੰ, ਕਿਉਂਕਿ ਇੱਕ ਕਹਾਣੀ ਹੈ ਨਾ ਕਿ ਸਮੁੰਦਰ ਦੇ ਕੰਢੇ ਤੂਫਾਨ ਆਇਆ ਤੇ ਮੱਛੀਆਂ ਬਾਹਰ ਆਈਆਂ, ਤੇ ਇੱਕ ਬਜ਼ੁਰਗ ਮੱਛੀਆਂ ਨੂੰ ਸੁੱਟ ਰਿਹਾ ਸੀ। ਬੱਚੇ ਨੇ ਮਜ਼ਾਕ ਕੀਤਾ ਕਿ ਬਾਬਾ ਜੀ, ਇੱਥੇ ਹਜ਼ਾਰਾਂ ਕਿਲੋਮੀਟਰ ਲੰਬਾ ਸਮੁੰਦਰ ਦਾ ਤੱਟ ਹੈ, ਤੇ ਕਿਹਨੂੰ ਤੁਸੀਂ ਕਿੰਨਾ ਫਰਕ ਪੈ ਜਾਏਗਾ ਜੀ। ਉਹਨਾਂ ਨੇ ਇੱਕ ਅੰਦਰ ਸੁੱਟੀ ਤੇ ਕਿਹਾ ਕਿ ਪੁੱਤਰ ਬਹੁਤ ਕਿਸੇ ਨੂੰ ਪਏ ਨਾ, ਲੇਕਿਨ ਆ ਜਿਹੜੀ ਅੰਦਰ ਜਾ ਰਹੀ ਹੈ ਇਹਨੂੰ ਜ਼ਰੂਰ ਵਾਪਸ ਪਾਣੀ ਨੂੰ ਫਰਕ ਪਏਗਾ। ਸੋ ਹਰ ਇੱਕ ਨੂੰ ਥੋੜਾ ਬਹੁਤਾ ਕੰਟਰੀਬਿਊਟ ਕਰਦੇ ਰਹਿਣਾ ਚਾਹੀਦਾ। ਤੇ ਵਿਸਾਖੀ ਦੀ ਤੁਸੀਂ ਗੱਲ ਕੀਤੀ ਹੈ, ਵਿਸਾਖੀ ਦੀ ਗੱਲ ਕੀਤੀ ਹੈ। ਵਿਸਾਖੀਆਂ ਤੇ ਉਹ ਹੁੰਦੀਆਂ ਨੇ ਜਿਹੜੀਆਂ ਤੁਸੀਂ ਜਦੋਂ ਅਪਾਹਜ ਹੋ ਜਾਂਦੇ ਹੋ ਜਾਂ ਤੁਰਨ ਫਿਰਨ ਤੋਂ ਆਤਰ ਹੋ ਜਾਂਦੇ ਹੋ, ਉਹ ਤੁਸੀਂ ਯੂਜ਼ ਕਰਦੇ ਹੋ, ਵਿਸਾਖੀ ਹੈ ਜੀ। ਠੀਕ ਹੈ ਜੀ। ਔਰ ਵਿਸਾਖੀ ਜਿਹੜੀ ਵਿਸਾਖ ਦੇ ਮਹੀਨੇ 'ਚ ਮਨਾਈ ਜਾਂਦੀ ਹੈ, ਔਰ ਖਾਲਸੇ ਦਾ ਜਿਹੜਾ ਜਨਮ ਦਿਹਾੜਾ ਹੈ ਉਹਨੂੰ ਸਿੰਬੋਲਾਈਜ਼ ਕਰਦੀ ਹੈ।
ਸੋ ਇਹ ਚੀਜ਼ਾਂ ਟੈਕਨੀਕਲੀ ਬੜਾ ਵੱਡਾ ਫਰਕ ਪਾਉਂਦੀਆਂ। ਬਿਲਕੁਲ ਸਹੀ ਹੈ ਭਾਜੀ। ਜਿਹੜੀ ਜਨਰੇਸ਼ਨ ਜਿਹੜੀ ਹੈ ਨੈਕਸਟ ਪੈਦਾ ਹੋਈ ਹੈ ਥੋੜੇ ਚਿਰ ਪਹਿਲਾਂ, ਔਰ ਜਿਨ੍ਹਾਂ ਨੇ ਪੈਦਾ ਹੋਣਾ, ਉਹਨਾਂ ਨੇ ਜਿਹੜੇ ਵਰਡਸ ਅਸੀਂ ਯੂਜ਼ ਕਰਦੇ ਆ ਉਹੀ ਵਰਡ ਹੀ ਉਹਨਾਂ ਨੇ ਐਕਸੈਪਟ ਕਰ ਲੈਣੇ ਆ ਐਜ਼ ਇਟ ਇਜ਼। ਬਿਲਕੁਲ ਸਹੀ। ਸੋ ਇਹ ਹੈ ਕਿ ਇਹਨਾਂ ਚੀਜ਼ਾਂ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਹੈ, ਪੈਣਾ ਹੈ, ਸਾਡੀ ਮਜਬੂਰੀ ਹੈ ਰੱਖਣਾ। ਤੇ ਮੈਂ ਮੁੱਦੇ ਤੇ ਵਾਪਸ ਆਉਣਾ ਜੀ ਕਿ ਅੱਜ ਖਾਲਸੇ ਦਾ ਜਨਮ ਦਿਹਾੜਾ ਜੀ, ਤੇ ਖਾਲਸੇ ਦਾ ਜਨਮ ਦਿਹਾੜਾ ਇਸ ਚੀਜ਼ ਨੂੰ ਸਿੰਬੋਲਾਈਜ਼ ਕਰਦਾ ਹੈ ਕਿ ਚਾਹੇ ਕਿੰਨੀ ਵੀ ਮੁਸ਼ਕਲ ਆ ਜਾਏ, ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਹੈ। ਗੁਰੂਆਂ ਨੂੰ ਇੰਨੀਆਂ ਮੁਸ਼ਕਲਾਂ ਆਈਆਂ, ਜਿਨ੍ਹਾਂ ਨੇ ਖਾਲਸੇ ਨੂੰ ਪ੍ਰਗਟ ਕੀਤਾ ਜੀ, ਉਹਨਾਂ ਨੂੰ ਸਮੇਂ ਦੀਆਂ ਹਕੂਮਤਾਂ ਨੇ ਇੰਨਾ ਤੰਗ ਕੀਤਾ, ਉਹਨਾਂ ਨੂੰ ਇੰਨੇ ਮੁਸ਼ਕਲ ਹਾਲਾਤ ਪੈਦਾ ਕੀਤੇ ਉਹਨਾਂ ਵਾਸਤੇ ਕਿ ਉਹਨਾਂ ਨੂੰ ਆਪਣਾ ਜਿਹੜਾ ਥਾਟ ਟਿਕਾਣਾ ਜਿਹੜਾ ਸੀ ਕਈ ਵਾਰ ਛੱਡਣਾ ਪਿਆ ਉਹਨਾਂ ਨੂੰ ਜੀ। ਪ੍ਰਸਾਦ ਦਾ ਕਿਲਾ ਛੱਡਣਾ ਪਿਆ, ਮੁੜ ਕੇ ਚਮਕੌਰ ਦੀ ਗੜੀ, ਮੁੜ ਕੇ ਮਾਚੀਵਾੜੇ ਦੇ ਜੰਗਲ, ਮੁੜ ਕੇ ਹੋਰ ਕਿੰਨੀ ਜਗ੍ਹਾ ਤੇ ਤੁਰਦੇ ਫਿਰਦੇ, ਪਰ ਉਹਨਾਂ ਨੇ ਇੱਕ ਚੀਜ਼ ਜਿਹੜਾ ਸੀ ਉਸਦਾ ਪੱਲਾ ਕਦੀ ਨਹੀਂ ਛੱਡਿਆ, ਉਹ ਸੀ ਚੜ੍ਹਦੀ ਕਲਾ ਦੇ। ਜੀ, ਠੀਕ ਹੈ ਜੀ। ਤੇ ਚੜ੍ਹਦੀ ਕਲਾ ਦਾ ਸਿਧਾਂਤ ਜਿਹੜਾ ਉਹ ਮੈਂ ਅੱਜ ਜੋ ਆਪਣੀ ਵਾਰਤਕ ਤੁਹਾਡੇ ਨਾਲ ਸਾਂਝੀ ਕਰ ਰਿਹਾ ਉਹਦੇ ਵਿੱਚ ਇਹ ਹਾਈਲਾਈਟ ਕਰਦੀ, ਔਰ ਇਹ ਇੱਕ ਸੱਚੀ ਘਟਨਾ ਹੈ ਜਿਹੜੀ ਮੈਨੂੰ ਕਿਸੇ ਨੇ ਭੇਜੀ ਸੀ ਕਿ ਤੁਸੀਂ ਇਹਨੂੰ ਸ਼ੇਅਰ ਕਰੋ ਜੀ। ਅੰਮ੍ਰਿਤਸਰ ਗੁਰੂਆਂ ਦੀ ਵਰਸੋਈ ਧਰਤੀ ਨਾਲ ਸੰਬੰਧਿਤ ਹੈ, ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਤੇ ਸ਼ੇਅਰ ਕਰਨ ਤੋਂ ਬਾਅਦ ਆਪਾਂ ਥੋੜਾ ਜਿਹਾ ਵਿਸ਼ਲੇਸ਼ਣ ਕਰਾਂਗੇ ਇਹਦੇ ਤੇ, ਥੋੜਾ ਜਿਹਾ ਐਨਾਲਿਸਿਸ ਕਰਾਂਗੇ। ਵਾਰਤਕ ਕਿੱਦਾਂ ਜੀ ਕਿ 10ਵੀਂ ਵਿੱਚੋਂ ਫੇਲ ਹੋ ਗਿਆ, ਜਦੋਂ 10ਵੀਂ ਚੋਂ ਫੇਲ ਹੋ ਗਿਆ ਤਾਂ ਖੁਦ ਦਾ ਵਜੂਦ ਪੱਥਰ ਹੋ ਗਿਆ ਜਾਪਿਆ ਜੀ। ਆਪਣੇ ਬਾਰੇ ਦੱਸ ਰਿਹਾ, ਸਾਰੀ ਦੁਨੀਆ ਮੈਨੂੰ ਮੇਰਾ ਮਜ਼ਾਕ ਉਡਾਉਂਦੀ ਜਾਪੀ। ਇੱਕ ਵਾਰ ਤਾਂ ਜੀ ਕੀਤਾ ਕਿ ਦੌੜ ਕੇ ਜਾ ਕੇ ਮਾਂ ਦੀ ਬੁੱਕਲ ਵਿੱਚ ਵੜ ਜਾਵਾਂ ਜੀ। ਉਹੀ ਮਾਂ ਜਿਸਨੇ ਮੇਰੀ ਖਾਤਰ ਸਾਰੇ ਜਹਾਨ ਦੀਆਂ ਝਿੜਕਾਂ ਮਿਹਣੇ ਸਹੇ, ਤਾਂ ਵੀ ਹਮੇਸ਼ਾ ਮੇਰਾ ਪੱਖ ਹੀ ਪੂਰਿਆ ਜੀ। ਧਾਰੀ ਸੀ ਤਾਂ ਵੀ ਮੇਰੀ ਖਾਤਰ ਕਈ ਵਾਰ ਝੂਠ ਬੋਲ ਜਾਂਦੀ, ਕਈ ਵਾਰ ਕਿੰਨਾ ਝੂਠ ਬੋਲ ਜਾਂਦੀ। ਸ਼ਹੀਦਾਂ ਸਾਹਿਬ ਗੁਰਦੁਆਰਾ ਸ਼ਹੀਦਾਂ ਜੀ ਅੰਮ੍ਰਿਤਸਰ, ਸੁਲਤਾਨਵਿੰਡ ਚਾਟੀਵਿੰਡ ਗੇਟ ਤੇ ਲਾਗੇ, ਸ਼ਹੀਦਾਂ ਸਾਹਿਬ ਜਾ ਕੇ ਹਮੇਸ਼ਾ ਇਹੋ ਅਰਦਾਸ ਕਰਦੀ ਵੇਖੀ ਕਿ ਬਾਬਾ ਜੀ ਮੇਰੇ ਪੁੱਤ ਦੀ ਰਾਖੀ ਕਰਨੀ ਜੀ। ਠੀਕ ਹੈ ਜੀ। ਸੋਚਾਂ ਦੀ ਘੁੰਮਣ ਘੇਰੀ ਵਿੱਚ ਪਿਆ ਮੈਂ ਅੰਮ੍ਰਿਤਸਰ ਸਟੇਸ਼ਨ ਦੇ ਭੰਡਾਰੀ ਪੁਲ ਦੇ ਹੇਠ ਲਾਈਨ ਦੇ ਨਾਲ ਪਈ ਇੱਕ ਪੱਥਰ ਦੀ ਸਿਲ ਤੇ ਆਣ ਬੈਠਾ ਜੀ। ਮੈਂ ਉਸ ਵੇਲੇ ਤੱਕ ਆਪਣਾ ਮਨ ਲਗਭਗ ਬਣਾ ਚੁੱਕਿਆ ਸਾਂ, 5 ਵਜੇ ਵਾਲੀ ਸ਼ਤਾਬਦੀ ਆਵੇਗੀ ਅਤੇ ਇੰਜਣ ਤੋਂ ਪਹਿਲਾ ਡੱਬਾ, ਇੰਜਣ ਤੋਂ ਬਾਅਦ ਪਹਿਲਾ ਡੱਬਾ ਜੀ। ਬਸ ਟੀਕੇ ਜਿੰਨੀ ਭੀੜ ਹੋਣੀ ਹੈ ਅਤੇ ਜ਼ਮਾਨੇ ਭਰ ਦੀਆਂ ਮੁਸ਼ਕਲਾਂ ਤੋਂ ਸਦਾ ਲਈ ਨਿਜਾਤ, ਸਭ ਕੁਝ ਖਤਮ। ਮਤਲਬ ਸੁਸਾਈਡ ਕਰਨ ਬਾਰੇ ਉਹ ਸੋਚ ਚੁੱਕਾ ਸੀ ਕਿ ਮੈਂ ਜ਼ਮਾਨੇ ਨੂੰ ਪੇਸ਼ ਕਰਨਾ ਪੈਣਾ, ਮੈਨੂੰ ਝਿੜਕਾਂ ਨਹੀਂ ਸਹਿਣੀਆਂ ਪੈਣੀਆਂ, ਹੋਰ ਕਿੰਨੀਆਂ ਕੰਪਲਿਕੇਸ਼ਨਸ ਉਸ ਸਟੇਜ 'ਚ ਆਉਂਦੀਆਂ ਨੇ, ਉਹਨਾਂ ਸਾਰਿਆਂ ਤੋਂ ਨਿਜਾਤ ਮਿਲ ਜਾਏਗੀ। ਇਹੋ ਮਾਨਸਿਕਤਾ ਜੀ ਅੱਜ ਵੀ ਚੱਲ ਰਹੀ ਹੈ, ਉਹਦੇ ਬਾਰੇ ਬਾਅਦ 'ਚ ਗੱਲ ਕਰਾਂਗੇ ਜੀ। ਇੰਨੇ ਨੂੰ ਸੀਟੀ ਮਾਰ ਗੱਡੀ ਪਲੇਟਫਾਰਮ ਤੋਂ ਚੱਲ ਪਈ, ਮੈਂ ਵੀ ਹੌਲੀ ਕਦਮੀ ਪੱਟਰੀ ਵੱਲ ਵੱਧ ਤੁਰਿਆ। ਡਰਾਈਵਰ ਨੂੰ ਸ਼ਾਇਦ ਅਹਿਸਾਸ ਹੋ ਗਿਆ ਸੀ ਕਿ ਮੁੰਡਾ ਥੱਲੇ ਸਿਰ ਦੇਣ ਵਾਸਤੇ ਤੁਰਿਆ ਹੁੰਦਾ ਹੈ, ਕਿਉਂਕਿ ਡਰਾਈਵਰ ਐਕਸਪੀਰੀਅੰਸ ਹੁੰਦੇ, ਉਹਨਾਂ ਨੂੰ ਡੇਲੀ ਬੇਸਿਸ ਤੇ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਜੀ। ਤੇ ਉਹ ਬੰਦੇ ਦੀ ਬਹੁਤ ਪਛਾਣ ਕੇ ਬੋਡੀ ਲੈਂਗੁਏਜ ਤੋਂ ਪਤਾ ਲੱਗ ਜਾਂਦਾ ਉਹਨਾਂ ਨੂੰ। ਮੈਂ ਵੀ ਹੌਲੀ ਕਦਮੀ ਪੱਟੀ ਵੱਲ ਵੱਧ ਤੁਰਿਆ। ਡਰਾਈਵਰ ਨੂੰ ਸ਼ਾਇਦ ਮੇਰਾ ਇਸ ਕਦਮ ਦਾ ਅਹਿਸਾਸ ਹੋ ਚੁੱਕਾ ਸੀ। ਉਸਨੇ ਬਥੇਰੀਆਂ ਸੀਟੀਆਂ ਮਾਰੀਆਂ, ਬ੍ਰੇਕ ਵੀ ਲਾਈ, ਪਰ ਏਡਾ ਵੱਡਾ ਲੋਹੇ ਦਾ ਪਹਾੜ ਛੇਤੀ ਕੀਤਿਆਂ ਕਿੱਥੇ ਰੁਕਦਾ ਸੀ। ਬਸ ਕੁਝ ਕੁ ਮਿੰਟਾਂ ਦੀ, ਕੁਝ ਕੁ ਸਕਿੰਟਾਂ ਦੀ ਖੇਡ ਬਾਕੀ ਰਹਿ ਗਈ ਸੀ ਕਿ ਅਚਾਨਕ ਪਿਛਲੇ ਪਾਸਿਓਂ ਇੱਕ ਭਾਰੀ ਜਿਹੇ ਹੱਥ ਨੇ ਮੈਨੂੰ ਹਲੂਣਾ ਜਿਹਾ ਦਿੱਤਾ ਜੀ। ਮੁੜ ਕੇ ਵੇਖਿਆ ਤਾਂ ਇੱਕ ਲੰਮੇ ਦਾੜੇ ਵਾਲੇ ਬਾਬਾ ਜੀ ਸਨ। ਗਾਤਰਾ ਪਾਈ, ਨਿਮਾ ਨਿਮਾ ਹੱਸਦੇ ਹੋਏ ਆਖਣ ਲੱਗੇ, ਨਾ ਪੁੱਤ, ਇੰਜ ਥੋੜੀ ਕਰੀਦਾ ਹੁੰਦਾ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੀਦਾ। ਮੈਂ ਉਹਨਾਂ ਦੇ ਮੁਖੜੇ ਨੂੰ ਤੱਕਦਾ ਹੀ ਰਹਿ ਗਿਆ ਤੇ ਪਤਾ ਹੀ ਨਹੀਂ ਲੱਗਾ ਕਦੋਂ ਗੱਡੀ ਕੋਲੋਂ ਲੰਘ ਗਈ ਜੀ। ਉਹਨਾਂ ਦਾ ਨਿਰਾਪੁਰਾ ਬਾਬਾ ਦੀਪ ਸਿੰਘ ਜੀ ਵਾਲਾ ਜੁੱਸਾ
ਗੱਲਾਂ ਕਰਦੀਆਂ ਮੈਨੂੰ ਮੋਢਿਆਂ ਤੋਂ ਫੜ, ਉਹ ਮੈਨੂੰ ਰੇਲ ਲਾਈਨ ਪਾਰ ਕਰਵਾ ਕੇ ਹਾਲ ਗੇਟ ਵਾਲੇ ਪਾਸੇ ਵੱਲ ਨੂੰ ਲੈ ਆਏ। ਉੱਥੇ ਅੰਮ੍ਰਿਤਸਰ ਸਟੇਸ਼ਨ ਪਹਿਲਾ ਸਿਸਟਮ ਹੁੰਦਾ ਸੀ ਕਿ ਤੁਸੀਂ ਟ੍ਰੇਨ ਦੀਆਂ ਲਾਈਨਾਂ ਕ੍ਰਾਸ ਕਰਕੇ ਸਿੱਧਾ ਹੀ ਉਸ ਜਗ੍ਹਾ ਤੇ ਜਾ ਸਕਦੇ ਹੋ ਜਿੱਥੋਂ ਦਰਬਾਰ ਸਾਹਿਬ ਨੂੰ ਆਟੋ ਤੇ ਹੋਰ ਬੱਸਾਂ ਜਾਂਦੀਆਂ ਨੇ। ਜੀ ਠੀਕ ਹੈ ਜੀ ਜੀ। ਫਿਰ ਦੂਸਰੀ ਸਾਈਡ ਤੇ ਆ ਕੇ ਉਹਨਾਂ ਨੇ ਇੱਕ ਆਟੋ ਨੂੰ ਹੱਥ ਦਿੱਤਾ, ਆਟੋ ਰਿਕਸ਼ੇ ਨੂੰ ਹੱਥ ਦਿੱਤਾ, ਤੇ ਮੈਨੂੰ ਵਿੱਚ ਬਿਠਾਉਂਦੇ ਹੋਏ ਆਖਣ ਲੱਗੇ ਕਿ ਜਾ ਪੁੱਤਰਾ, ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਿਆ ਜੀ, ਮੈਨੂੰ ਉੱਥੇ ਬੈਠਾ ਤੇਰਾ ਕੋਈ ਆਪਣਾ ਉਡੀਕੀ ਜਾਂਦਾ ਹੈ। ਮੈਨੂੰ ਨਹੀਂ ਪਤਾ ਕਿ ਉਹ ਬਾਬਾ ਜੀ ਕੌਣ ਸਨ, ਕਿੱਥੋਂ ਆਏ ਅਤੇ ਮੁੜ ਕਿੱਧਰ ਚਲੇ ਗਏ ਜੀ। ਫਿਰ ਦਰਬਾਰ ਸਾਹਿਬ ਅੱਪੜ ਮੈਂ ਕਿੰਨੀ ਦੇਰ ਪਰਿਕਰਮਾ ਵਿੱਚ ਘੁੰਮਦਾ ਰਿਹਾ ਜੀ। ਫਿਰ ਭੁੱਖ ਲੱਗ ਗਈ ਤੇ ਪ੍ਰਸ਼ਾਦਾ ਛਕਣ ਲੰਗਰ ਦੀ ਇਮਾਰਤ ਪੰਗਤ ਵਿੱਚ ਆਣ ਬੈਠਾ। ਅਚਾਨਕ ਕੀ ਵੇਖਿਆ ਕਿ ਸਾਹਮਣੇ ਮੇਰੀ ਮਾਂ ਬੈਠੀ ਹੋਈ ਸੀ ਜੀ। ਮੇਰੇ ਅੰਦਰ ਦਾ ਬੰਨ ਟੁੱਟ ਗਿਆ। ਧੂ ਕੇ ਜਾ ਉਸ ਨੂੰ ਜੱਫੀ ਪਾਈ। ਕਿੰਨੀ ਦੇਰ ਦੋਵੇਂ ਮਾਂ ਪੁੱਤ ਇੱਕ ਦੂਜੇ ਦੇ ਗਲ ਲੱਗ ਰੋਂਦੇ ਰਹੇ। ਫਿਰ ਇਕੱਠਿਆਂ ਬੈਠ ਲੰਗਰ ਛਕਿਆ। ਉਸ ਦਿਨ ਇੰਜ ਲੱਗਾ ਜਿੱਦਾਂ ਸਦੀਆਂ ਤੋਂ ਲੱਗੀ ਹੋਈ ਕਿਸੇ ਨਾ ਮਿਟਣ ਵਾਲੀ ਭੁੱਖ ਦਾ ਸਦਾ ਲਈ ਅੰਤ ਹੋ ਗਿਆ ਹੋਵੇ। ਠੀਕ ਹੈ ਜੀ ਜੀ। ਉਸ ਦਿਨ ਮਗਰੋਂ ਫਿਰ ਕਦੀ ਵੀ ਢਹਿੰਦੀ ਕਲਾ ਵਿੱਚ ਨਹੀਂ ਗਿਆ। ਅੱਜ ਅਮਰੀਕਾ ਦੀ ਧਰਤੀ ਤੇ ਵਿਚਰਦਿਆਂ ਤਕਰੀਬਨ ਪੂਰੇ 20 ਸਾਲ ਹੋਣ ਵਾਲੇ ਨੇ ਜੀ। ਜਦੋਂ ਵੀ ਵਾਪਸ ਜਾਂਦਿਆਂ ਦਿੱਲੀ ਜਹਾਜ਼ ਥੱਲੇ ਉਤਰਦਾ ਹੈ ਤਾਂ ਰੇਲ ਗੱਡੀ ਹੀ ਫੜਦਾ ਹਾਂ ਤਾਂ ਕਿ ਅੰਮ੍ਰਿਤਸਰ ਪਹੁੰਚ ਭੰਡਾਰੀ ਪੁਲ ਹੇਠ ਪਈ ਉਸੇ ਪੱਥਰ ਦੀ ਸਿਲ ਨੂੰ ਖੁਦ ਨੂੰ ਅਤੇ ਬਾਕੀਆਂ ਨੂੰ ਵਿਖਾ ਸਕਾਂ ਤੇ ਆਖ ਸਕਾਂ ਕਿ ਇਹ ਉਹ ਥਾਂ ਹੈ ਜਿੱਥੇ ਤੁਹਾਡੇ ਬਾਪ ਦਾ ਕਿਸੇ ਵੇਲੇ ਦੂਜਾ ਜਨਮ ਹੋਇਆ ਸੀ। ਗੁਰੂ ਰਾਮਦਾਸ ਦੀ ਵਸੋਈ ਨਗਰੀ ਵਿੱਚ ਵਿਚਰਦਾ ਲੰਮੇ ਦਾੜੇ ਵਾਲਾ ਹਰ ਵਜੂਦ ਮੈਨੂੰ ਮੇਰੇ ਮੋਢਿਆਂ ਤੇ ਹੱਥ ਰੱਖਣ ਵਾਲੇ ਬਾਬਾ ਜੀ ਹੀ ਲੱਗਦੇ ਨੇ। ਵਾਹ ਜੀ ਵਾਹ। ਬਾਰ ਸਾਹਿਬ ਲੰਗਰ ਪਾਣੀ ਛਕਣ ਮਗਰੋਂ ਗੁਰਦੁਆਰਾ ਸ਼ਹੀਦਾਂ ਦੇ ਲਾਗੇ ਬਣੇ ਸ਼ਮਸ਼ਾਨ ਘਾਟ ਤੇ ਉਸ ਥੜੇ ਤੇ 2 ਘੜੀਆਂ ਬੈਠਣ ਜ਼ਰੂਰ ਜਾਂਦਾ ਹਾਂ ਜਿੱਥੇ ਸਾਰੀ ਉਮਰ ਮੇਰਾ ਪੱਕ ਪੂਰਨ ਵਾਲੀ ਦਾ ਅੰਤਿਮ ਸੰਸਕਾਰ ਹੋਇਆ ਸੀ। ਦੋਸਤੋ, ਸ਼ਰਧਾ ਅਤੇ ਆਸਥਾ ਨੂੰ ਸਾਇੰਸ ਦੀ ਕਸਵੱਟੀ ਤੇ ਤੋਲਣ ਵਾਲੇ ਅਕਸਰ ਆਖ ਦਿੰਦੇ ਨੇ ਕਿ ਗੁਰੂ ਦੀ ਨਗਰੀ ਵਿੱਚ ਕਰਾਮਾਤ ਨਹੀਂ ਹੁੰਦੀ, ਪਰ ਮੈਥੋਂ ਪੁੱਛੋ, ਜ਼ਰੂਰ ਹੁੰਦੀ ਹੈ। ਬਿਲਕੁਲ ਸਹੀ ਗੱਲ ਹੈ। ਜਿਉਂਦਾ ਜਾਗਦਾ ਸਬੂਤ ਮੈਂ ਖੁਦ ਆਪ ਹਾਂ। ਜੇ ਨਾ ਹੁੰਦੀ ਹੋਏ ਤਾਂ ਮਾਨਾਵਾਲਾ ਲੰਘਦਿਆਂ ਹੀ ਮੇਰੇ ਲੂ ਕੰਡੇ ਕਿਉਂ ਖੜੇ ਹੋ ਜਾਂਦੇ ਆ ਜੀ। ਮਾਨਾਵਾਲਾ ਅੰਮ੍ਰਿਤਸਰ ਤੋਂ ਪਹਿਲਾ ਸਟੇਸ਼ਨ ਹੈ ਜੀ। ਜੀ। ਜਲੰਧਰ ਸਾਈਡ ਤੋਂ ਅੰਮ੍ਰਿਤਸਰ ਨੂੰ ਆਈਏ, ਪਹਿਲਾ ਸਟੇਸ਼ਨ ਹੈ। ਤੇ ਉਹ ਕਹਿੰਦਾ ਕਿ ਜੇ ਕਰਾਮਾਤ ਨਾ ਹੁੰਦੀ ਹੋਏ ਤਾਂ ਮਾਨਾਵਾਲਾ ਸਟੇਸ਼ਨ ਲੰਘਦਿਆਂ ਹੀ ਮੇਰੇ ਲੂ ਕੰਡੇ ਕਿਉਂ ਖੜੇ ਹੋ ਜਾਂਦੇ ਆ। ਸੋ ਇਹ ਇੱਕ ਵਾਰਤਕ ਸੀ ਜੀ ਜਿਹਨੂੰ ਮੈਂ ਦਿੱਤਾ। ਅਸਲ ਵਾਰਤਕ ਅਸਲ ਵਾਪਰਿਆ ਜੀ, ਜਿਹੜਾ ਇਸ ਬਿਨਾਂ ਤੇ ਮੈਨੂੰ ਭੇਜਿਆ ਗਿਆ ਸੀ ਕਿ ਇਹ ਤੁਸੀਂ ਲਿਖੋ ਤਾਂ ਕਿ ਸੁਸਾਈਡਲ ਟੈਂਡੈਂਸੀਜ਼ ਵੱਲ ਨੂੰ ਝੁਕਦੀ ਜਿਹੜੀ ਜਵਾਨੀ ਹੈ ਉਸ ਨੂੰ ਇਹ ਪਤਾ ਲੱਗ ਸਕੇ ਕਿ ਕਰਾਮਾਤਾਂ ਹੁੰਦੀਆਂ ਨੇ ਜੀ। ਬਿਲਕੁਲ। ਔਰ ਜਵੰਦਾ ਸਾਹਿਬ ਬਿਲਕੁਲ ਬਹੁਤ ਹੀ ਮੋਟੀਵੇਟ ਕਰਦਾ ਹੈ ਉਹਨਾਂ ਇਨਸਾਨਾਂ ਨੂੰ ਜਿਹੜੇ ਕਿ ਕਈ ਵਾਰ ਨਾ ਕੁਝ ਵੀ ਨਹੀਂ ਹੁੰਦੀਆਂ ਉਹ ਗੱਲਾਂ, ਜਿਸ ਤਰ੍ਹਾਂ ਫੇਲ ਹੋ ਜਾਣਾ, ਅਸਫਲ ਹੋਣਾ, ਹਨਾ, ਤੇ ਨਾ ਅਸਫਲ ਹੋਣਾ, ਇਹ ਕੋਈ ਬਹੁਤ ਵੱਡੀ ਗੱਲ ਨਹੀਂ। ਜਿੰਨੇ ਤੁਸੀਂ ਡਿੱਗਦੇ ਹੋ ਉਨੇ ਹੀ ਜ਼ਿਆਦਾ ਸਟਰੋਂਗ ਹੁੰਦੇ ਹੋ, ਹਨਾ। ਸੋ ਡਾਕਟਰ ਬਰਜਿੰਦਰ ਚੀਮਾ, ਸੋ ਸ਼ੁੱਕਰਵਾਰ ਆਪਣੇ ਪਿਛਲੇ ਵੀਕ ਇੱਥੇ ਆਏ ਸੀ। ਜੇ ਸਮਾਂ ਮਿਲਿਆ ਤੇ ਜ਼ਰੂਰ ਉਹ ਵੀਡੀਓ ਨੂੰ ਨਾ ਸਾਰੀ ਨੂੰ ਜਵੰਦਾ ਸਾਹਿਬ ਪਲੀਜ਼ ਤੁਸੀਂ ਵਾਚ ਕਰਿਓ, ਦੇਖਿਓ ਤੁਸੀਂ ਵੀ, ਸ਼ੇਅਰ ਜ਼ਰੂਰ ਕਰ ਲਈ ਸੀ। ਸੋ ਉਹਨਾਂ ਨੇ ਨਾ ਬੜਾ ਕੁਛ ਉਹਦੇ ਵਿੱਚ ਲਿਖਿਆ ਸੀ ਕਿ ਇੱਕ ਉਮਰ ਹੁੰਦੀ ਆ ਬੱਚਿਆਂ ਦੀ ਕਿ ਉਹਦੇ 'ਚ ਨਾ ਛੋਟੀ ਜਿਹੀ ਗੱਲ ਵੀ ਕਈ ਵਾਰ ਬਹੁਤ ਵੱਡੀ ਲੱਗਦੀ ਆ, ਹਨਾ। ਔਰ ਜਿਹੜੀ ਗਿਣਤੀ ਦੱਸੀ ਸੀ ਨਾ ਆਤਮ ਹੱਤਿਆ ਕਰਨ ਦੀ, ਸੁਸਾਈਡ ਕਰਨ ਦੀ, ਬਹੁਤ ਜ਼ਿਆਦਾ ਵੱਡੀ ਗਿਣਤੀ ਹੁੰਦੀ ਆ। ਕੁਛ ਕਰ ਜਾਂਦੇ ਆ, ਕੁਛ ਬਚ ਜਾਂਦੇ ਆ। ਮਤਲਬ ਉਹ ਇਦਾਂ ਦੇ ਜਿਹੜੇ ਰੱਬੀ ਰੂਪ ਕੋਈ ਇਨਸਾਨ ਜਿਹੜੇ ਹੁੰਦੇ ਆ, ਹਨਾ, ਸੋ ਜਿਹੜੇ ਉਹਨਾਂ ਨੂੰ ਉਸ ਸਮੇਂ 'ਚੋਂ ਬਚਾ ਲੈਂਦੇ ਆ। ਔਰ ਉਹ ਬੰਦਾ ਖੁਦ ਜਿਹਨੇ ਤੁਹਾਨੂੰ ਦੱਸਿਆ ਜੀ ਕਿ 20 ਸਾਲ ਜਾਂ ਹੁਣ 21-22 ਸਾਲ ਹੋ ਗਏ ਹੋਣੇ ਆ,
ਨਾ। ਸੋ ਉਹਨੂੰ ਵੀ ਉਹ ਦੇਖੋ ਕੀ ਮਿਸਟੇਕ ਸੀ, ਇਹੋ ਜੀ ਕਿਹੜੀ ਗਲਤੀ ਹੋ ਗਈ ਸੀ ਜਿਹੜੀ ਦੁਬਾਰਾ ਠੀਕ ਨਹੀਂ ਹੋ ਸਕਦੀ, ਹੈ ਨਾ। ਸੋ ਇੱਕ ਪੜ੍ਹਾਈ ਦੀ ਗੱਲ ਕਰ ਲਓ ਜਾਂ ਕੋਈ ਕਾਰੋਬਾਰ ਚੋਂ ਮਤਲਬ ਅਸਫਲਤਾ ਮਿਲ ਜਾਂਦੀ ਆ, ਹੋਰ ਬੜਾ ਅਨੇਕਾਂ ਇਸ ਤਰ੍ਹਾਂ ਦੀ ਹੈਗੀ ਆ, ਕਈ ਵਾਰ ਕੋਈ ਰਿਸ਼ਤੇ ਦੇ ਵਿੱਚੋਂ ਇਸ ਤਰ੍ਹਾਂ ਦਾ ਕੁਝ ਹੋ ਸਕਦਾ ਹੈ ਨਾ। ਸੋ ਉਹਦਾ ਅਖੀਰ ਇਹ ਨਹੀਂ ਹੈਗਾ ਕਿ ਤੁਸੀਂ ਬਸ ਜੀ ਆਪਣੇ ਆਪ ਨੂੰ ਖਤਮ ਕਰ ਲੈਣਾ, ਹੈ ਨਾ। ਇੱਕ ਚੰਗੀ ਉਹ ਪਰਸਨ ਨੇ, ਮਤਲਬ ਉਹ ਰੱਬੀ ਰੂਪ ਜਿਹੜਾ ਮਤਲਬ, ਹੈ ਨਾ, ਉਹ ਤੇ ਉਸ ਤੋਂ ਬਾਅਦ ਇਹੀ ਕਹਾਣੀ ਤੁਹਾਡੀ ਪੜ੍ਹ ਕੇ, ਜੇ ਮੈਂ ਗਲਤ ਨਹੀਂ ਤੇ ਤੁਹਾਨੂੰ ਇੱਕ ਕਾਲ ਵੀ ਆਈ ਸੀਗੀ ਕਿ ਜਵੰਦਰ ਸਾਹਿਬ ਮੈਂ ਆਹ ਕੁਝ ਕਰਨ ਲੱਗਾ ਸੀ, ਤੁਹਾਡੀ ਕਹਾਣੀ ਪੜ੍ਹੀ ਤੇ ਮੈਂ ਵੀ ਰੁਕ ਗਿਆ। ਇਹ ਵੀ ਇੱਕ ਤੁਹਾਨੂੰ ਕਾਲ ਆਈ ਸੀ ਨਾ ਜੀ? ਹਾਂਜੀ ਹਾਂਜੀ, ਉਹ ਸੀ ਕਿ ਮੈਂ ਫਸਟ ਟਾਈਮ ਇਹ ਲਿਖੀ ਸੀ ਕਹਾਣੀ ਜੀ, ਇਹ ਵਾਰ ਲਿਖਿਆ ਸੀ, ਤੇ ਉਸ ਤੋਂ ਕੁਝ ਦਿਨ ਬਾਅਦ ਇੱਕ ਕਾਲ, ਇੱਕ ਇਨਬਾਕਸ ਆਇਆ ਜੀ ਮੈਸੇਂਜਰ ਤੋਂ ਕਿ ਸਾਡਾ ਵੀ ਘਰ 'ਚ ਕਲੇਸ਼, ਘਰ 'ਚ ਜਿਹੜਾ ਕੰਪਲਿਕੇਸ਼ਨਸ ਨਹੀਂ ਸੀ ਮੁੱਕਦੀ ਜੀ। ਤੇ ਉਹ ਕਹਿੰਦੇ ਨੇ ਕਿ ਕਾਲਾ ਕਲੰਦਰ ਵਸੇ ਤੇ ਘੜਿਓ ਪਾਣੀ ਨਸੇ, ਹਨਾ ਜੀ। ਜਿਸ ਘਰ 'ਚ ਕਾਲਾ ਕਲੇਸ਼ ਹੁੰਦਾ ਹੈ, ਉਸ ਘਰ 'ਚ ਤੇ ਘੜੇ ਦੇ ਵਿੱਚ ਪਾਣੀ ਵੀ ਨਹੀਂ ਠਹਿਰਦਾ, ਉਹ ਵੀ ਕੋਈ ਨਾ ਕੋਈ ਤਰੇੜ ਲੱਭ ਕੇ ਨਿਕਲ ਜਾਂਦਾ ਜੀ। ਉਸ ਹਿਸਾਬ ਨਾਲ ਉਹਨੇ ਕਿਹਾ ਕਿ ਮੈਂ, ਸਾਡੇ ਘਰ ਦੇ ਲਾਗੇ ਰੇਲਵੇ ਟਰੈਕ ਸੀ ਤੇ ਮੈਂ ਕਿਹਾ ਉਸ ਦਿਨ ਇਹ ਸੋਚ ਕੇ ਕਿ ਮੈਂ ਆਪਣੇ ਆਪ ਨੂੰ ਕਰ ਲੈਣਾ, ਪਰ ਆਹ ਵਾਰ ਤੱਕ ਤੁਹਾਡੀ ਪਹਿਲਾਂ ਆ ਗਈ ਤੇ ਗੱਡੀ ਉਸ ਦਿਨ ਥੋੜੀ ਜਿਹੀ ਲੇਟ ਹੋ ਗਈ। ਸੋ ਮੈਂ ਉਸ ਦਿਨ ਇਹ ਹਿਸਾਬ ਲਗਾਇਆ ਕਿ ਚਲੋ ਜ਼ਿੰਦਗੀ ਦੇਣੀ ਤੇ ਉਸ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਹੱਥ ਹੈ ਜੀ, ਪਰ ਬਚਾਉਣੀ ਜ਼ਰੂਰ ਸਾਡੇ ਹੱਥ ਵਿੱਚ ਹੈ। ਚਾਹੇ ਉਹ ਕਿਸ ਤਰ੍ਹਾਂ ਵੀ ਬਚਾਈ ਜਾਏ, ਹੌਸਲਾ ਦੇ ਕੇ ਬਚਾਈ ਜਾਏ, ਕਿਸੇ ਨੂੰ ਮੋਟੀਵੇਟ ਕਰਕੇ ਬਚਾਈ ਜਾਏ, ਕਿਸੇ ਨੂੰ ਢਹਿੰਦੀ ਕਲਾ ਤੋਂ ਚੜ੍ਹਦੀ ਕਲਾ 'ਚ ਲਿਆ ਕੇ ਬਚਾਈ ਜਾਏ, ਜਾਂ ਵੈਸੇ ਹੀ ਹੱਲਾਸ਼ੇਰੀ ਦੇ ਕੇ, ਜਾਂ ਉਸੇ ਤਰ੍ਹਾਂ ਜਿਸ ਤਰ੍ਹਾਂ ਬਾਬਾ ਜੀ ਨੇ ਮੋਢੇ ਤੇ ਹੱਥ ਰੱਖਿਆ ਜੀ, ਤੁਸੀਂ ਵੈਸੇ ਹੀ ਕਿਸੇ ਦੇ ਮੋਢੇ ਤੇ ਹੱਥ ਰੱਖ ਦਿਓ ਔਰ ਇੰਨੀ ਗੱਲ ਕਹਿ ਦਿਓ ਕਿ ਨਿੱਕਿਆ ਘਬਰਾਈ ਨਾ, ਮੈਂ ਤੇਰੇ ਨਾਲ, ਤੇ ਬੜੀ ਵੱਡੀ, ਇਹ ਬਹੁਤ ਵੱਡਾ ਫਰਕ ਪੈ ਜਾਂਦਾ। ਬਹੁਤ ਵੱਡਾ ਫਰਕ ਪੈਂਦਾ। ਪਤਾ ਹੋਏਗਾ ਕਿ ਜਿਸ ਤਰ੍ਹਾਂ ਮੈਗਾ ਸਿਟੀਜ਼ ਹੈਗੇ ਨੇ, ਟੋਰਾਂਟੋ ਹੈ, ਵੈਨਕੂਵਰ ਹੈ, ਜਿੱਥੇ ਜ਼ਿੰਦਗੀ ਜਿਹੜੀ ਹੈ ਉਹ ਮਸ਼ੀਨ ਨਾਲੋਂ ਵੀ ਤੇਜ਼ ਭੱਜਦੀ ਹੈ ਜੀ, ਉਸ ਜਗ੍ਹਾ ਤੇ ਕਈ ਵਜੂਦ ਐਸੇ ਨੇ ਜਿਹੜੇ ਵਿਚਾਰੇ ਐਸਾ ਮੋਢਾ ਭਾਲਦੇ, ਐਸਾ ਹੱਥ ਭਾਲਦੇ, ਐਸੀ ਹੱਲਾਸ਼ੇਰੀ ਭਾਲਦੇ ਹੀ ਉਹ ਇਸ ਜ਼ਿੰਦਗੀ ਤੋਂ ਜਾਣ ਦਾ ਮਨ ਬਣਾ ਦਿੰਦੇ ਨੇ। ਸੱਚੀ। ਸੋ ਬੇਸਿਕਲੀ ਮੇਰਾ ਦੱਸਣ ਦਾ ਪਰਪਸ ਇਹੋ ਹੀ ਹੈ ਕਿ ਸਾਡੇ ਵੱਸ ਵਿੱਚ ਹੈ ਜੀ, ਜ਼ਿੰਦਗੀਆਂ ਬਚਾਉਣਾ ਵੀ ਸਾਡੇ ਵੱਸ ਵਿੱਚ ਹੈ, ਤੇ ਕਿਸੇ ਬੈਕ ਟੂ ਦਾ ਟਰੈਕ ਲਿਆਉਣਾ ਵੀ ਸਾਡੀ ਵੱਸ ਹੈ ਜੀ। ਬਿਲਕੁਲ ਜਵੰਦਰ ਸਾਹਿਬ, ਬਹੁਤ ਵਧੀਆ। ਦੇਖੋ ਚਲੋ ਇਹ ਤਾਂ ਇਸ ਤਰ੍ਹਾਂ ਹੋਇਆ, ਮੈਂ ਖੁਦ ਜਵੰਦਰ ਸਾਹਿਬ ਇੱਕ ਟੂਰਨਾਮੈਂਟ ਸਾਡੇ ਲਾਗੇ ਪਿੰਡ ਪੈਂਦਾ ਹੈ, ਸੰਗਤਪੁਰਾ, ਰਾਇਕਾ ਕੋਟਲਾ ਤੇ ਥਰਾਜ, 7-8 ਕਿਲੋਮੀਟਰ ਦੂਰ ਆ। ਉੱਥੋਂ ਟੂਰਨਾਮੈਂਟ ਦੇਖ ਕੇ ਜਦੋਂ ਬਾਹਰ ਨਿਕਲੇ ਨਾ, ਜਿਸ ਤਰ੍ਹਾਂ ਰੱਬੀ ਰੂਪ ਦੀ ਤੁਸੀਂ ਗੱਲਬਾਤ ਕੀਤੀ, ਤੇ ਛੋਟਾ ਸੀਗਾ ਮੈਨੂੰ ਲੱਗਦਾ 7ਵੀਂ 8ਵੀਂ ਕਲਾਸ 'ਚ ਹੋਊਗਾ ਜੀ। ਟੂਰਨਾਮੈਂਟ ਸ਼ੌਂਕ ਸੀ ਕਬੱਡੀ ਦਾ, ਹੁੰਦਾ ਹੀ ਹੈ, ਪਿੰਡਾਂ 'ਚ ਚਲੇ ਜਾਂਦੇ ਆ ਜੀ। ਤੇ ਜਦੋਂ ਟੂਰਨਾਮੈਂਟ ਦੇਖ ਕੇ ਸ਼ਾਮ ਨੂੰ ਬੱਸ ਲੈਣ ਲੱਗਾ ਨਾ ਜਵੰਦਰ ਸਾਹਿਬ, ਕਿਉਂਕਿ ਉਹ ਜਿਹੜਾ ਜਿੱਥੋਂ ਟੂਰਨਾਮੈਂਟ ਬੱਸ ਫੜਨੀ ਸੀ, ਇੱਦਾਂ ਮੋੜ ਜਿਹਾ ਸੀਗਾ, ਤੇ ਇੱਧਰ ਵੀ ਗੱਡੀਆਂ, ਇੱਧਰ ਵੀ ਗੱਡੀਆਂ, ਤੇ ਪੂਰਾ ਥਾਂ, ਤੇ ਜਿਹੜੀ ਖਾਸ ਕਰਕੇ ਰੋਡਵੇਜ਼ ਦੀ ਲਾਰੀ ਹੁੰਦੀ ਸੀ ਨਾ, ਉਹਦਾ ਮੂਹਰਲਾ ਪਾਸੇ ਹੋਰ ਪਾਸੇ ਨਹੀਂ ਜਾਂਦਾ, ਪਿੱਛੇ ਵਾਲਾ ਪਾਸਾ ਟੇਢਾ ਜਿਹਾ ਹੁੰਦਾ ਸੀ, ਹਨਾ। ਹੁਣ ਪਤਾ ਨਹੀਂ ਸਿੱਧੇ ਕਰ ਲਏ ਕਿ ਨਹੀਂ ਕਰ ਲਏ ਉਹਨਾਂ ਨੇ। ਤੇ ਮੈਂ ਜਦੋਂ ਪਿਛਲੇ ਡੋਰ ਬੱਸ ਵਿੱਚ ਦੀ ਜਵੰਦਰ ਸਾਹਿਬ ਖੋਲ ਕੇ ਟਾਕੀ ਤੇ ਚੜ੍ਹਨ ਲੱਗਾ ਤੇ ਬੱਸ ਤੁਰ ਪਈ, ਤੇ ਪੂਰਾ ਹੀ ਥਾਂ। ਸੋ ਰੱਬੀ ਰੂਪ, ਮਤਲਬ ਇੱਕ ਬੰਦਾ ਇਦਾਂ ਫੜ ਕੇ ਬਾਹਰ ਮੈਨੂੰ ਖਿੱਚ ਕੇ, ਉਹਨੇ ਮਤਲਬ ਵਿੰਡੋ ਚੋਂ ਖਿੱਚ ਕੇ ਜੀ, ਮਤਲਬ ਕਿਉਂਕਿ ਉਹ ਸੈਕਿੰਡਾਂ ਦਾ ਹੁੰਦਾ ਹੈ ਜਵੰਦਰ ਸਾਹਿਬ, ਕੁਝ ਸੈਕਿੰਡਾਂ ਦਾ ਹੁੰਦਾ ਹੈ ਕਿ ਉਹ ਬੰਦੇ ਨੇ ਤੁਹਾਨੂੰ ਖਿੱਚ ਕੇ ਮਤਲਬ ਅੰਦਰ ਕਰ ਲਿਆ ਮੈਨੂੰ, ਹਨਾ। ਤੇ ਜੇ ਉਹ ਸੈਕਿੰਡਾਂ ਦੇ ਵਿੱਚ ਹੀ ਹੁੰਦਾ ਤੇ ਉਹ ਬਾਰੀ ਦੇ ਜਿਹੜਾ ਵਿੱਚ ਮਿਡਲ ਦੇ ਵਿੱਚ ਹੀ ਆ ਕੇ ਮਤਲਬ ਕੁਝ ਵੀ ਹੈਪਨ ਹੋ ਸਕਦਾ ਸੀ, ਹਨਾ। ਸੋ ਉਹ ਦਿਨ, ਜਿਵੇਂ ਤੁਸੀਂ ਕਹਿੰਦੇ ਕਿ ਦੁਬਾਰਾ ਜਨਮ, ਉਹ ਵਾਲਾ, ਹਨਾ। ਇਸੇ ਹੀ ਤਰ੍ਹਾਂ ਇੱਕ ਵਾਰੀ ਸਾਡੇ ਜਿਵੇਂ ਗੱਡੀਆਂ ਨੇੜੇ ਆ ਨਾ, ਤੇ ਉੱਥੇ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਆ, ਤੇ ਜਿਹੜੇ ਪਿੰਡਾਂ ਦੇ ਲਾਗੇ ਸੂਏ ਤੇ ਨਹਿਰਾਂ ਹੁੰਦੀਆਂ ਨਾ, ਉੱਥੇ ਜਿਹੜੇ ਡੁੱਬਣ ਦੀਆਂ ਘਟਨਾਵਾਂ ਬਹੁਤ ਹੁੰਦੀਆਂ ਹੈ ਨਾ। ਸੋ ਇਸੇ ਤਰ੍ਹਾਂ ਪਿੰਡ ਛੋਟੇ ਹੁੰਦੇ ਰਹਿਣੇ, ਇਹ ਨਹਾਉਣਾ ਜਾ ਕੇ ਜੀ, ਛਾਲਾਂ ਮਾਰਨੀਆਂ, ਚੁੱਭੀਆਂ ਮਾਰਨੀਆਂ ਸੂਇਆਂ ਦੇ ਵਿੱਚ, ਨਹਿਰਾਂ ਦੇ ਵਿੱਚ, ਤੇ ਸ਼ਹਿਰ ਆ ਗਏ, ਸ਼ਹਿਰ ਤੋਂ ਗਏ ਵਾਪਸ ਨਹਾਉਣ, ਤੇ ਕਈ ਵਾਰ ਉਹ ਚੇਂਜ ਕਰ ਦਿੰਦੇ ਆ ਜੀ ਉਹਨੂੰ ਨਾ, ਘੁੰਮਣ ਘੇਰੀ ਕਹਿੰਦੇ ਆ ਪਾਣੀ ਦੀ, ਹੈਨਾ। ਸੋ ਗਏ ਇੱਥੋਂ ਇਸੇ ਹੀ ਤਰ੍ਹਾਂ ਜਵੰਦਰ ਸਾਹਿਬ, ਜਿਵੇਂ ਪਹਿਲਾਂ ਉੱਥੇ ਨਹਾਉਂਦੇ ਸੀਗੇ ਜਾ ਕੇ, ਛਾਲਾਂ ਮਾਰਦੇ ਸੀ, ਉਵੇਂ ਹੀ ਜਾ ਕੇ ਉੱਥੇ ਇੱਕ ਜਦੋਂ ਨਹਿਰ ਦੇ ਵਿੱਚੋਂ ਸੂਏ ਨੂੰ ਪਾਣੀ ਕੱਢਦੇ ਆ ਨਾ, ਇੱਕ ਉਹਨਾਂ ਨੇ ਲਾਇਆ ਹੁੰਦਾ ਗੇਟ,
ਤੇ ਉੱਥੇ ਜਾ ਕੇ ਛਾਲ ਮਾਰੀ ਜੀ। ਪਹਿਲਾਂ ਉੱਥੇ ਛਾਲਾਂ ਮਾਰਦੀ ਭੱਜ ਜਾਂਦੇ ਸੀ, ਉਹ ਪਤਾ ਨਹੀਂ ਥੱਲੇ ਪੱਕਾ ਕਰਤਾ ਉੱਥੇ, ਮਤਲਬ ਉਹ ਵੀ ਜ਼ਿੰਦਗੀ ਦਾ ਮੇਰਾ ਲਾਸਟ ਪਲ ਸੀਗਾ। ਤੇ ਉਸ ਟਾਈਮ ਵੀ ਮੇਰੇ ਇੱਕ ਮੁੰਡੇ ਨੇ ਰਾਈਟ ਵੇ ਕੁਇਕ ਐਕਸ਼ਨ ਲੈ ਕੇ ਪਰਨਾ ਸੁੱਟ ਕੇ ਮੈਨੂੰ ਬਾਹਰ ਕੱਢਿਆ। ਮੈਨੂੰ ਲੱਗਦਾ 2 ਇਹੋ ਜਿਹੇ ਜਨਮ ਹੋਏ ਆ, ਔਰ ਦਿਖਦਾ ਸੀ ਸਾਹਮਣੇ ਜਵੰਦਾ ਸਾਹਿਬ, ਉਹ ਸੈਕਿੰਡਾਂ ਦੇ ਵਿੱਚ ਨਾ ਤੁਹਾਨੂੰ ਸਾਹਮਣੇ ਦਿਖ ਜਾਂਦਾ ਸਾਰਾ, ਮਤਲਬ ਇੰਨੀ ਜਲਦੀ ਰਿਵਾਈਂਡ ਹੁੰਦੀ ਨਾ ਰੀਲ ਜਿਹੜੀ ਹੁੰਦੀ ਹੈ ਤੁਹਾਡੀ, ਹੈ ਨਾ, ਕਿ ਮਤਲਬ ਜ਼ਿੰਦਗੀ ਦੇ ਸਭ ਕੁਝ ਤੁਹਾਨੂੰ ਉਹ ਦਿਖ ਜਾਂਦਾ ਉਹ ਸਮੇਂ ਦੇ ਵਿੱਚ। ਇਹ 2 ਕਦੇ ਵੀ ਨਾ ਭੁੱਲਣ ਵਾਲੀਆਂ ਮੇਰੀ ਜ਼ਿੰਦਗੀ ਦੀਆਂ ਯਾਦਾਂ ਹੈ ਕਿ ਉਹ ਦਿਨ ਤੁਹਾਡਾ ਲਾਸਟ ਸੀਗਾ। ਫਿਰ ਤੁਹਾਨੂੰ ਜਿਉਣ ਦਾ ਪਤਾ ਲੱਗਦਾ ਜਵੰਦਾ ਸਾਹਿਬ ਕਿ ਜਿਹੜੀ ਜਾਨ ਆ ਕਿੰਨੀ ਜ਼ਰੂਰੀ ਆ, ਹੈ ਨਾ। ਇਹ ਤਾਂ ਚਲੋ ਮਤਲਬ ਆਪ ਦੇ ਗਲਤ ਤਰੀਕੇ ਨਾਲ ਹੋਈ, ਪਰ ਜਿਹੜੀ ਸੁਸਾਈਡ ਕਰਨਾ, ਹੈ ਨਾ, ਉਹ ਤਾਂ ਬਹੁਤ ਖਤਰਨਾਕ ਆ। ਅਸਫਲ ਹੋਣਾ, ਨਾ ਕਾਮਯਾਬ ਹੋਣਾ, ਹੈ ਨਾ, ਆਪਣੇ ਬਿਜ਼ਨਸ 'ਚ ਕਿਸੇ ਵੀ ਚੀਜ਼ ਦੇ ਵਿੱਚ ਉਹਦਾ ਐਂਡ ਹੱਲ ਨਹੀਂ। ਦੋਸਤੋ, ਇਹ ਕਹਾਣੀ ਦਾ ਮਕਸਦ ਇਹੀ ਆ ਕਿ ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਆ, ਆਪਾਂ ਜਿਉਣਾ ਹੈ ਔਰ ਉਹ ਦਿਨ ਦੁਬਾਰਾ ਯਾਦ ਕਰਨੇ ਕਿ ਯਾਰ ਇਸ ਤਰ੍ਹਾਂ ਦਾ ਸਾਡੇ ਮਨ 'ਚ ਖਿਆਲ ਵੀ ਕਿਉਂ ਆਇਆ, ਔਰ ਹੋਰਾਂ ਨੂੰ ਵੀ ਜਗਾਉਣਾ ਹੈ। ਅਖੀਰ 'ਚ ਕੁਝ ਕਹੋਗੇ ਫਿਰ ਜਾਂ ਬ੍ਰੇਕ ਲਈਏ ਜਵੰਦਾ ਸਾਹਿਬ? ਵਿੱਚ ਬ੍ਰੇਕ ਲੈ ਲੈਣੀ ਚਾਹੀਦੀ ਹੈ ਤੇ ਫਿਰ ਆਪਾਂ ਕਰਦੇ ਹਾਂ ਦੁਬਾਰਾ ਵਿਨੀਪੈਗ ਦੀਆਂ ਗੱਲਾਂ ਬਾਤਾਂ ਕਰਾਂਗੇ। ਬਿਲਕੁਲ ਜੀ। ਤੇ ਹਰਪ੍ਰੀਤ ਜਵੰਦਾ ਸਾਹਿਬ ਦਾ ਫੋਨ ਨੰਬਰ ਸਕਰੀਨ ਤੇ ਆ ਰਿਹਾ। ਦੋਸਤੋ, ਤੁਹਾਡੇ ਕੋਲੇ ਵੀ ਕੁਝ ਇਸ ਤਰ੍ਹਾਂ ਦੀ ਕੁਝ ਹੁੰਦੀ ਆ, ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕੁਝ ਇਦਾਂ ਦੀ ਲਿਖਤ ਤੁਸੀਂ ਤੁਹਾਡੇ ਨਾਲ ਹੱਡ ਬੀਤੀ ਹੋਵੇ, ਜਵੰਦਾ ਸਾਹਿਬ ਆਪਣੀ ਕਲਮ ਦੇ ਨਾਲ ਉਹਨੂੰ ਕਲਮਬੰਦ ਕਰਨ, ਤੇ ਜ਼ਰੂਰ ਕਾਲ ਕਰ ਲਿਆ ਕਰੋ। ਤੇ ਵਿਨੀਪੈਗ ਸ਼ਹਿਰ ਦੇ ਵਿੱਚ ਰਹਿੰਦੇ ਹੋ ਜਾਂ ਆਸੇ-ਪਾਸੇ ਤੇ ਰੀਅਲ ਸਟੇਟ ਦੇ ਬਿਜ਼ਨਸ ਨਾਲ ਸੰਬੰਧ ਰੱਖਦੇ ਆ, ਤੁਸੀਂ ਤਾਂ ਵੀ ਹਰਪ੍ਰੀਤ ਜਵੰਦਾ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। ਤੇ ਹੁਣ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਵਿਨੀਪੈਗ ਸ਼ਹਿਰ ਦੀ ਗੱਲਬਾਤ ਕਰਾਂਗੇ। ਸੋ ਕਾਫੀ ਉੱਥੇ ਜਿਹੜਾ ਸਟੋਰਮ ਆਇਆ ਹੋਇਆ, ਹੋਰ ਅਪਡੇਟ ਕੀ ਹੈਗੀਆਂ ਤੇ ਉਹਦੀ ਗੱਲਬਾਤ ਕਰ ਲਾਂਗੇ। ਤੇ ਥੋੜੀ ਜੀ ਪੰਜਾਬ ਦੀ ਝਲਕ ਵੀ ਦਿਖਾਂਗੇ, ਕਿਉਂਕਿ ਪੰਜਾਬ ਦੇ ਵਿੱਚ ਵੀ ਕਾਫੀ ਨਵੀਂ ਸਰਕਾਰ ਦੇ ਨਾਲ ਤੇ ਵਿਰੋਧੀ ਪਾਰਟੀ ਤੇ ਰਾਜਾ ਵੜਿੰਗ ਸਾਹਿਬ, ਸੋ ਉਹਨਾਂ ਨੂੰ ਆਪਣਾ ਪ੍ਰਧਾਨ ਬਣਾਇਆ ਤੇ ਬਾਜਵਾ ਸਾਹਿਬ, ਸੋ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਇੱਕ ਛੋਟੀ ਜਿਹੀ ਬ੍ਰੇਕ, ਅਸੀਂ ਹੁਣੀ ਗਏ, ਹੁਣੀ ਵਾਪਸ ਆਏ ਜੀ।